गुफा अंदर रख के वाजा पौन वजाया, वजाया वाजा पौन। नौ द्वारे प्रगट किए, दसवां गुप्त रखाया। गुरुद्वारे लाए भावनी, एक ना दसवां द्वार दिखाया। तै अनेक रूप नौ नव निध, तिस दा अंत ना जाई पाया। कह नानक हर प्यारे, जियो गुफा अंदर रख के वाजा पौन वजाया। ਇਹ ਸਾਚਾ ਸੁਹੇਲਾ, ਸਾਚੇ ਘਰ ਗਾਵੋ, ਗਾਵੋ ਤਾਂ ਸੁਹੇਲਾ। ਘਰ ਸਾਚੈ ਜਿੱਥੇ ਸਦਾ ਸੱਚ ਧਿਆਵੈ, ਸੱਚੋ ਧਿਆਵੈ ਜਾ ਤੁਧ ਭਾਵੈ। ਗੁਰਮੁਖ ਜਿਨਾ 부ਝਾਵੈ, ਇਹ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋ ਜਨ ਪਾਵੈ, ਕਹਿ ਨਾਨਕ ਸੱਚ ਸੁਹੇਲਾ, ਸੱਚੇ ਘਰ ਗਾਵੈ। ਆਨੰਦ ਸਾਹਿਬ ਦੀ ਲੜੀਵਾਰ ਜੋ ਵਿਚਾਰ ਕਰ ਰਹੇ ਹਾਂ, ਇਹਦੇ ਵਿੱਚ ਜਿਹੜੀ ਹੁਣੇ ਪੌੜੀ 38 ਔਰ 39 ਨੰਬਰ ਦੀ ਪੌੜੀ ਜਿਹੜੀ ਹੁਣੇ ਪੜ੍ਹੀ ਗਈ ਹੈ, ਇਹਦੀ ਵਿਚਾਰ ਕਰੀਏ, ਇੱਕ ਵਾਰੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਆਨੰਦ ਸਾਹਿਬ ਦੀ ਬਾਣੀ ਦੀ, ਉਦੋਂ ਵੀ ਇਸੇ ਗੱਲ ਨੂੰ ਲੈ ਕੇ ਕੀਤੀ ਸੀ ਕਿ ਜਿਹੜੀਆਂ 5 ਪੌੜੀਆਂ ਨੇ ਸ਼ੁਰੂਆਤ ਦੀਆਂ, ਇਹ 5 ਪੌੜੀਆਂ ਨਾ ਘੱਟੋ ਘੱਟ ਜਿਹੜੀਆਂ ਮਤਲਬ ਜਿਹੜੀ ਬਾਣੀ ਕਿਸੇ ਨੇ ਕਦੀ ਵੀ ਨਹੀਂ ਪੜ੍ਹੀ ਹੋਏ ਨਾ, ਜਦੋਂ ਜਪਜੀ ਸਾਹਿਬ ਵੀ ਨਾ ਆਉਂਦਾ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਪੜ੍ਹੀ ਹੋਏ, ਜਾਂ ਹੋਰ ਵੀ ਕੁਝ ਵੀ ਨਾ ਉਹਨੂੰ ਪਤਾ ਹੋਏ, ਤੇ ਘੱਟੋ ਘੱਟ 5 ਪੌੜੀਆਂ ਤਕਰੀਬਨ ਸਾਰਿਆਂ ਨੂੰ ਯਾਦ ਆਈਆਂ। ਉਹਦਾ ਕਾਰਨ ਹੈ ਕਿ ਬਈ ਇਹ ਬਹੁਤ ਵਾਰੀ ਸੁਣੀ ਹੁੰਦੀ ਹੈ। ਜਦੋਂ ਹਰ ਭੋਗ ਤੋਂ ਬਾਅਦ ਜਿਹੜਾ ਹੈ 5 ਪੌੜੀਆਂ ਜਿਹੜੀਆਂ, ਔਰ ਇੱਕ 6 ਪੌੜੀ, 6ਵੀਂ ਪੌੜੀ, ਪਹਿਲੀਆਂ 5 ਪੌੜੀਆਂ, ਇੱਕ 6ਵੀਂ ਪੌੜੀ, ਇਹ ਸਭ ਨੂੰ ਯਾਦ ਹੁੰਦੀ ਹੈ ਕਿਉਂਕਿ ਸਭ ਨੇ ਕਈ ਵਾਰੀ ਸੁਣੀਆਂ ਹੁੰਦੀਆਂ ਬਚਪਨ ਤੋਂ। ਤੇ ਬਾਕੀ ਬਾਣੀਆਂ ਭਾਵੇਂ ਰੋਜ਼ਮਰਰਾ ਦੀਆਂ ਜਾਂ ਜਿਹੜੀ ਕਾਮਨ ਬਾਣੀਆਂ ਵੀ ਨਾ ਪਤਾ ਹੋਣ, ਤੇ ਘੱਟੋ ਘੱਟ ਬੱਚਿਆਂ ਨੂੰ ਵੀ ਇਸ ਸ਼ੁਰੂਆਤੀ 5 ਪੌੜੀਆਂ ਦਾ ਜ਼ਰੂਰ ਪਤਾ ਹੁੰਦਾ ਹੈ। ਤੇ ਸੋਚਿਆ ਅਸੀਂ ਕਰਕੇ ਸੀ ਕਿ ਇਹ ਘੱਟੋ ਘੱਟ 5 ਪੌੜੀਆਂ ਸਾਨੂੰ ਇਹਨਾਂ ਦੇ ਅਰਥ ਵੀ ਪਤਾ ਲੱਗ ਜਾਣ, ਤੇ ਸਾਨੂੰ ਅੱਗੇ ਜਦੋਂ ਆਨੰਦ ਸਾਹਿਬ ਸੁਣੋ ਤੇ ਸਾਨੂੰ ਅੱਗੇ ਕਿਉਂ। ਫਿਰ ਉਸ ਤੋਂ ਬਾਅਦ ਪ੍ਰੋਗਰਾਮ ਇਹ ਬਣਿਆ ਕਿ ਵੀ ਕਿਉਂਕਿ ਲੜੀਵਾਰ ਸਾਰਾ ਹੀ ਅਸੀਂ ਫਿਰ ਉਹਨੂੰ ਪੂਰਾ ਆਨੰਦ ਸਾਹਿਬ ਜਿਹੜੀ ਹੈ ਉਹ ਵਿਚਾਰ ਕਰਨੀ ਸ਼ੁਰੂ ਕੀਤੀ। ਦੂਸਰੀ ਗੱਲ, ਜਦੋਂ ਗੁਰਬਾਣੀ ਅਸੀਂ ਪੜ੍ਹਦੇ ਹਾਂ, ਕਈ ਵਾਰੀ ਸਾਨੂੰ ਇਹ ਲੱਗਦਾ ਹੈ ਕਿ ਮੈਨੂੰ ਤੇ ਇਹਦੇ ਅਰਥ ਪਤਾ ਹੀ ਨਹੀਂ। ਆਨੰਦ ਸਾਹਿਬ ਦੀ ਬਾਣੀ ਹੈ ਜਾਂ ਕੋਈ ਹੋਰ ਬਾਣੀਆਂ ਜਾਂ ਕੋਈ ਹੋਰ ਸ਼ਬਦ, ਕਾਮਨ ਸ਼ਬਦ ਹੁੰਦੇ ਨੇ ਨਾ, ਉਹ ਲੱਗਦਾ ਹਾਂ ਤੇ ਮੈਨੂੰ ਪਤਾ ਹੀ ਹੈ। ਖਾਸ ਤੌਰ ਤੇ ਜਦੋਂ ਸੁਖਮਨੀ ਸਾਹਿਬ ਦਾ, ਜਿਸ ਸੁਖਮਨੀ ਸਾਹਿਬ ਦਾ ਬੀਬੀਆਂ ਦੇ ਵਿੱਚ ਬਹੁਤ ਪੜ੍ਹਿਆ ਜਾਂਦਾ, ਤੇ ਉਹਨਾਂ ਨੂੰ ਵੀ ਇਹ ਲੱਗਦਾ ਤੇ ਹੈ ਕਿ ਵੀ ਹਾਂ ਵੀ ਸੁਖਮਨੀ ਸਾਹਿਬ ਦੇ ਤੇ ਆਸਾਨ ਬਾਣੀ ਸਾਨੂੰ ਤੇ ਅਰਥ ਆਉਂਦੇ ਹੀ ਨੇ। ਲੇਕਿਨ ਜਦੋਂ ਅਸੀਂ ਉਹਦੀ ਗਹਿਰਾਈ ਦੇ ਵਿੱਚ ਜਾਣਦੇ ਹਾਂ ਨਾ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹਦੇ ਕੀ ਮੀਨਿੰਗ ਹੈਗੇ, ਕਿਸ ਸੰਦਰਭ ਦੇ ਵਿੱਚ, ਕਿਸ ਕੰਟੈਕਸਟ ਦੇ ਵਿੱਚ ਗੱਲ ਕੀਤੀ ਗਈ ਹੈ। ਕਿਤੇ ਸਾਨੂੰ ਉਹੀ ਅਰਥ ਤਾਂ ਨਹੀਂ ਪਤਾ ਜਿਹੜੇ ਦੁਨਿਆਵੀ ਸਾਨੂੰ ਬਾਹਰੋਂ ਸੁਣਾਏ ਗਏ ਨੇ। ਤੇ ਲਫ਼ਜ਼ ਦੇ ਇੱਕ ਲਫ਼ਜ਼ ਦੇ ਜਦੋਂ ਅਸੀਂ ਕਰਾਂਗੇ ਨਾ ਮੀਨਿੰਗ, ਤੇ ਹੈਰਾਨ ਰਹਿ ਜਾਂਦੇ ਹਾਂ। ਜਦੋਂ ਅਸੀਂ ਮੰਨ ਲਓ ਛੋਟਾ ਜਿਹਾ ਲਫ਼ਜ਼, ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਬੜਾ ਹੀ ਕਾਮਨ ਔਰ ਬੜਾ ਹੀ ਸਿੰਪਲ ਜਿਹਾ ਵਰਡ ਹੈਗਾ ਇੱਕ ਮੇਰਾ। ਹੁਣ ਅਸੀਂ ਸਮਝਦੇ ਹਾਂ ਮੇਰਾ ਲਫ਼ਜ਼ ਦਾ ਕੀ ਮੀਨਿੰਗ ਹੋਏਗਾ। ਮੇਰਾ ਦਾ ਮਤਲਬ ਮੇਰਾ, ਸਾਨੂੰ ਪਤਾ ਹੀ ਹੈ। ਪਰ ਭਾਈ ਕਾਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼ ਖੋਲ ਕੇ ਦੇਖੋ ਤਾਂ ਮੇਰਾ ਲਫ਼ਜ਼ ਹੀ ਉਹਨਾਂ ਨੇ 7-8 ਮੀਨਿੰਗ ਰੱਖੇ ਹੋਏ ਨੇ ਕਿ ਮੇਰਾ ਦਾ ਕੀ ਮਤਲਬ ਹੈ। ਹੁਣ ਮੇਰਾ ਦਾ ਮਤਲਬ ਉਹਨਾਂ ਨੇ ਲਿਖਿਆ ਹੈ ਅਪਨਤਵ, ਅਪਨਤਵ ਹੀ ਲਿਖਿਆ। ਹੁਣ ਉਸ ਜਦੋਂ ਅਸੀਂ ਮੇਰਾ ਦੇ ਕਈ ਸ਼ਬਦਾਂ ਦੇ ਵਿੱਚ ਅਪਨਤਵ ਲਗਾ ਕੇ ਉਹਨੂੰ ਕਰਦੇ ਹਾਂ ਤੇ ਸ਼ਬਦਾਂ ਦੇ ਮੀਨਿੰਗ ਹੀ ਬਦਲ ਜਾਂਦੇ ਨੇ। ਜਾਂ ਕਈ ਹੋਰ ਇਸ ਤਰ੍ਹਾਂ ਸਾਨੂੰ ਕਈ ਵਾਰੀ ਲੱਗਦਾ ਕਿ ਇਹ ਤੇ ਮੈਨੂੰ ਪਤਾ ਹੀ ਹੈ, ਲੇਕਿਨ ਜਦੋਂ ਉਹਨੇ ਇੱਕ ਲਫ਼ਜ਼ ਦੀ ਗਹਿਰਾਈ ਦੇ ਵਿੱਚ ਜਾਂਦੇ ਆ ਨਾ, ਫਿਰ ਸਾਨੂੰ ਉਹਦਾ ਸਮਝ ਆਉਂਦੀ ਕਿ ਐਕਚੁਅਲ ਇਹਦਾ ਮੀਨਿੰਗ ਕੀ ਹੈ, ਔਰ ਗੁਰਬਾਣੀ ਕਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਹੀ ਹੈ, ਔਰ ਕਿਸ ਇਹਦਾ ਕੀ ਸੰਦਰਭ ਹੈ, ਔਰ ਕਿਸ ਪਿਛਲੀ ਗੱਲ ਕਿੱਥੋਂ ਚੱਲੀ ਆ ਰਹੀ ਹੈ, ਪਿਛਲਾ ਸ਼ਬਦ ਕੀ ਹੈ, ਰਾਹੋ ਕੀ ਹੈ, ਬੜੇ ਸਾਰੀ ਚੀਜ਼ਾਂ ਦੇਖਣੀਆਂ ਪੈਂਦੀਆਂ। ਹੁਣ ਪਿਛਲੀ ਜਿਹੜੀ ਪੌੜੀ ਹੈ, ਪੌੜੀ ਦਾ ਮਤਲਬ ਵੀ ਅਸੀਂ ਸਮਝੋ ਕਿ ਪੌੜੀ ਦਾ ਮਤਲਬ ਹੁੰਦਾ ਸਟੈਪ। ਸਟੈਪ ਮਤਲਬ ਪਹਿਲਾਂ ਹੀ ਜਿਸ ਸਟੈਪ ਤੇ ਅਸੀਂ ਪੌੜੀ ਦੇ ਪਹਿਲੇ ਹਾਂ, ਅਗਲੀ ਪੌੜੀ ਤੇ ਪੈਰ ਰੱਖਦੇ ਹੀ ਅਸੀਂ ਥੋੜੇ ਜਿਹੇ ਉੱਚੇ ਹੁੰਦੇ। ਤੇ ਇਹ ਪੌੜੀਆਂ ਦੇ ਰੂਪ ਹੈ। ਇੱਕ ਸਟੈਪ ਜਦੋਂ ਉੱਤੇ ਚੜ੍ਹਦਾ ਹੈ ਤੇ ਸਾਨੂੰ ਥੋੜਾ ਜਿਹਾ ਆਪਣੀ ਆਪ ਅਵਸਥਾ ਜਿਹੜੀ ਉੱਚੀ ਨਜ਼ਰ ਆਉਣੀ ਚਾਹੀਦੀ ਹੈ ਸਾਨੂੰ। ਸੋ ਪਿਛਲੀ ਪੌੜੀ ਜਿਹੜੀ ਹੈ, ਪਿਛਲੀ ਪੌੜੀ ਨੂੰ ਅਸੀਂ ਥੋੜਾ ਜਿਹਾ ਅਸੀਂ ਲਾਸਟ ਦੀ ਪੰਕਤੀ ਉਹਦੀ ਪੜ੍ਹੀ ਕਿ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤ ਹੋਵੋ, ਸਾਚਾ ਸੁਣਨੇ ਨੋ ਪਠਾਏ।
ਇਹ 37 ਪੌੜੀ ਸੀ ਕਿ ਤੂੰ ਇਸ ਇੱਥੇ ਆਇਆ ਕੇਵਲ ਤੇ ਕੇਵਲ ਸੱਚ ਲੈਣ, ਸੱਚ ਸੁਣਨ ਨੂੰ ਬਿਠਾਏ। ਤੂੰ ਸੱਚ ਗ੍ਰਹਿਣ ਕਰਨ, ਸੱਚ ਦੇ ਨਾਲ ਜੁੜਨ, ਸੱਚ ਨੂੰ ਪ੍ਰਾਪਤ ਕਰਨ ਵਾਸਤੇ ਇਸ ਧਰਤੀ ਤੇ ਆਇਆ। ਹੁਣ ਪ੍ਰਾਪਤ ਕੀ ਕਰ ਰਹੇ ਹਾਂ ਜਾਂ ਕੀ ਹੋ ਰਿਹਾ, ਇਹ ਅਸੀਂ ਸਾਡੀ ਆਪਣੀ ਸੋਚਣੀ ਹੈ। ਮਨੁੱਖ ਦਾ ਨਾ ਇੱਕ ਹੁਣ ਆਇਆ ਤੇ ਇੱਥੇ ਸੱਚ ਪ੍ਰਾਪਤ ਕਰਨਾ, ਔਰ ਸਾਡਾ ਸੁਭਾਅ ਕੀ ਹੈ, ਆਮ ਤੌਰ ਤੇ ਜਿਹੜੀ ਸੁਭਾਅ ਹੁੰਦਾ, ਹਰ ਇੱਕ ਬੰਦਾ ਨਾ ਆਪਣੇ ਜਿਹੜੀ ਉਹਦੀ ਦਾਇਰਾ ਹੁੰਦਾ ਉਹਨੂੰ ਵੱਡਾ ਕਰਕੇ ਦੱਸਦਾ। ਕੋਈ ਕਹਿੰਦਾ ਜੀ ਮੇਰਾ ਧਰਮ ਸਭ ਤੋਂ ਉੱਚਾ, ਸਭ ਦੀ ਇਹੀ ਹੁੰਦੀ, ਸਾਰੇ ਆਪਣੇ ਆਪਣੇ ਧਰਮ ਨੂੰ ਉੱਚਾ ਦੱਸਦੇ ਨੇ। ਕੋਈ ਆਪਣੀ ਬਰਾਦਰੀ ਨੂੰ ਉੱਚੀ ਦੱਸੀ ਜਾਂਦਾ, ਕੋਈ ਆਪਣੇ ਪਰਿਵਾਰ ਨੂੰ ਉੱਚਾ ਦੱਸੀ ਜਾਂਦਾ, ਕੋਈ ਆਪਣੀ ਜਾਤ ਉੱਚੀ ਦੱਸੀ ਜਾਂਦਾ। ਮਤਲਬ ਇਹ ਹਿਊਮਨ ਨੇਚਰ ਹੈ ਕਿ ਉਹ ਆਪਣੀ ਜਿਹੜੀ ਚੀਜ਼ ਹੈ ਨਾ, ਜਿਹੜਾ ਆਪਣਾ ਹੈ ਨਾ, ਉਹਨੂੰ ਸਭ ਤੋਂ ਉੱਚਾ ਕਰਕੇ ਜਾਣਦਾ, ਉਹਨੂੰ ਸਭ ਤੋਂ ਉੱਚਾ ਕਰਕੇ ਦੱਸਦਾ। ਤੇ ਔਨ ਹੋਲ ਦੀ ਇੱਕ ਗੱਲ ਹੋਰ ਬਣਾ ਦਿੱਤੀ ਕਿ ਮਨੁੱਖਾ ਜਨਮ ਸਭ ਤੋਂ ਉੱਚਾ ਹੈ। ਕਹਿੰਦੇ ਆ ਨਾ ਮਨੁੱਖਾ ਇਸ ਜੁਨੀ ਦੀ ਸਭ ਤੋਂ ਉੱਚੀ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਹਿਸਾਬ ਨਾਲ ਅਸੀਂ ਕਹਿ ਦਿੰਦੇ ਹਾਂ ਮਨੁੱਖਾ ਜਨਮ ਬਹੁਤ ਉੱਚਾ ਜੀ, ਬਹੁਤ ਖਾਸ ਹੈ। ਔਰ ਦੱਸਿਆ ਜਾਂਦਾ ਹੈ ਕਿ ਜਿਹੜੀ ਮਨੁੱਖਾ ਤੋਂ ਬਾਅਦ ਜੇ ਦੂਸਰੀ ਜੂਨੀ 'ਚ ਪੈ ਗਿਆ, ਉਹ ਸਮਝੋ ਸਜ਼ਾ ਮਿਲ ਰਹੀ ਹੈ। ਪਰ ਮੈਂ ਸੋਚ ਰਿਹਾ ਸੀ, ਅਸੀਂ ਕਹਿੰਦੇ ਹਾਂ ਕਿ ਕਿਸੇ ਹੋਰ ਜੂਨ 'ਚ ਪੈ ਗਿਆ ਉਹ ਸਜ਼ਾ ਮਿਲੀ ਹੈ। ਮੈਨੂੰ ਲੱਗਦਾ ਮਨੁੱਖਾ ਜਨਮ ਹੀ ਕਿਤੇ ਸਜ਼ਾ ਤਾਂ ਨਹੀਂ ਹੈਗੀ। ਜਿੰਨਾ ਮਨੁੱਖ ਦੁਖੀ ਹੈ ਨਾ, ਇੰਨਾ ਕੋਈ ਹੋਰ ਦੁਖੀ ਨਹੀਂ ਹੈਗਾ। ਕਿਤੇ ਇਹ ਸਜ਼ਾ ਤਾਂ ਨਹੀਂ ਭੁਗਤ ਰਿਹਾ ਕੋਈ। ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹਿ ਦਿੱਤਾ ਕਿ ਕਿਉਂਕਿ ਅਸੀਂ ਲਿਖਿਆ ਨਾ, ਮਨੁੱਖ ਨੇ ਤਾਂ ਲਿਖਿਆ ਕਿ ਮਨੁੱਖ ਜੂਨੀ ਸਭ ਤੋਂ ਉੱਚੀ ਹੁੰਦੀ ਹੈ। ਜੇ 84 ਲੱਖ ਜੂਨ ਮੰਨ ਵੀ ਲਈ ਹੈ, ਚਲੋ ਇੱਕ ਵਾਰੀ ਮਖਮਲੀ ਬੈੱਡ ਤੇ ਬਿਲਕੁਲ ਸੋਹਣੇ ਬੈੱਡ ਦੇ ਉੱਤੇ, ਮਖਮਲੀ ਬਿਸਤਰਿਆਂ ਦੇ ਉੱਤੇ ਪਿਆ ਬੰਦਾ ਪਰੇਸ਼ਾਨ ਹੁੰਦਾ, ਉਸ ਤੋਂ ਜ਼ਿਆਦਾ ਖੁਸ਼ ਤਾਂ ਸੂਰ ਕਿਚੜ 'ਚ ਪਿਆ ਹੁੰਦਾ। ਅਸੀਂ ਕਹਿੰਦੇ ਉਹ ਸੂਰ ਦੀ ਜੂਨ 'ਚ ਪੈ ਗਿਆ। ਉਸ ਤੋਂ ਜ਼ਿਆਦਾ ਆਨੰਦਿਤ, ਉਸ ਤੋਂ ਜ਼ਿਆਦਾ ਆਨੰਦ ਉਸ ਸੂਰ ਚੱਕਰ 'ਚ ਮਾਰਨਾ ਹੁੰਦਾ ਜਿੰਨਾ ਬੈੱਡ ਦੇ ਦੁਖੀ ਹੁੰਦਾ। 10 ਤਰ੍ਹਾਂ ਦੇ 100 ਤਰ੍ਹਾਂ ਦੇ ਪਕਵਾਨ ਸਾਹਮਣੇ ਪਏ ਹੋਏ ਹੋਣ ਨਾ, ਉਹ ਉਨੀ ਖੁਸ਼ੀ ਨਹੀਂ ਮਾਣਦਾ ਜਿੰਨਾ ਇੱਕ ਖੋਤਾ ਹਰੀ ਘਾਹ ਨੂੰ ਦੇਖ ਕੇ ਖੁਸ਼ ਹੋ ਜਾਂਦਾ। ਦੁਖੀ ਕੌਣ ਹੈ? ਸਜ਼ਾ ਕੌਣ ਭੁਗਤ ਰਿਹਾ? ਕਰੋੜਾਂ ਅਰਬਾਂ ਦੇ ਬੈਂਕ ਬੈਲੈਂਸ, ਚੰਗਾ ਮਕਾਨ, ਕੋਠੀ, ਬੰਗਲੇ ਸਭ ਕੁਝ ਹੁੰਦੇ ਨੇ, ਉਹ ਜ਼ਿਆਦਾ ਦੁਖੀ ਹੈ ਇੱਕ ਚਿੜੀ ਦੇ ਆਲਣੇ ਤੇ ਜਿਹੜੀ ਜਿਹਦੇ ਕੋਲ ਕੱਲ ਦੇ ਵਾਸਤੇ ਦਾਣੇ ਵੀ ਨਹੀਂ ਹੈਗੇ, ਉਹ ਜ਼ਿਆਦਾ ਖੁਸ਼ ਹੈ। ਪਤਾ ਨਹੀਂ ਕਿਹੜੇ ਹਿਸਾਬ ਨਾਲ ਅਸੀਂ ਕਹਿੰਦੇ ਮਨੁੱਖ ਜੂਨ ਬੜੀ ਉਹ ਸਜ਼ਾ ਭੁਗਤ ਰਹੇ ਨੇ। ਪਤਾ ਨਹੀਂ ਕਿਹੜੀ ਸਜ਼ਾ ਭੁਗਤ ਰਹੇ ਨੇ, ਜਿਹੜੀ ਸਜ਼ਾ ਅਸੀਂ ਭੁਗਤ ਰਹੇ। ਸੋ ਕਹਿੰਦੇ ਨੇ ਲੇਕਿਨ ਹੋਣਾ ਕੀ ਸੀ, ਪਵਿੱਤ ਸੱਚ ਸੁਣਨੇ ਨੂੰ ਬਿਠਾਏ। ਜੇ ਸੱਚ ਨਾਲ ਨਹੀਂ ਜੁੜਿਆ ਤਾਂ ਫਿਰ ਇਹੀ ਰਹੇਗਾ ਤੇਰਾ। ਫਿਰ ਤੂੰ ਇਹ ਜਿਹੜਾ ਜਦ ਅਸੀਂ ਪੜ੍ਹਿਆ ਨਾ ਆਨੰਦ, ਐਕਚੁਅਲ ਮਨੁੱਖ ਜਨਮ ਦਾ ਜਿਹੜਾ ਫਾਈਨਲ ਜਿਹੜਾ ਡੈਸਟਨੀ ਸੀ ਨਾ, ਉਹ ਐਸੀ ਆਨੰਦਿਤ ਹੋਣਾ, ਆਨੰਦ ਲੈਣਾ। ਆਨੰਦ ਨਹੀਂ ਆ ਰਿਹਾ ਤੇ ਤੇਰਾ ਜਨਮ ਜਿਹੜਾ ਨਾ, ਜਨਮ ਦਾ ਤੂੰ ਹੀ ਪੈੜਾ, ਉਸ ਜੁਨੀ ਤੋਂ ਵੀ ਗਿਆ ਗੁਜ਼ਰਿਆ, ਜੇ ਸੱਚ ਨੂੰ ਨਹੀਂ ਅਪਣਾਇਆ, ਜੇ ਸੱਚ ਨਾਲ ਨਹੀਂ ਜੁੜਿਆ। ਹੁਣ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ, ਬੜਾ ਸ਼ਲੋਕ ਅਸੀਂ ਸਾਰੇ ਨੇ ਸੁਣਿਆ ਹੈ, ਬੜਾ ਪਪੂਲਰ ਸ਼ਲੋਕ ਹੈ, ਬੜਾ ਅਸੀਂ ਕਈ ਵਾਰੀ ਸੁਣਿਆ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਹ ਬੜਾ ਸੁਣਿਆ ਸੀ। ਫਰੀਦ ਸਾਹਿਬ ਕਹਿੰਦੇ ਨੇ, ਹੁਣ ਮਨੁੱਖਾ ਜਨਮ ਦੀ ਗੱਲ ਕਰ ਰਹੇ ਨਾ, ਮੈਂ ਜਾਣਿਆ ਦੁੱਖ, ਮੈਨੂੰ ਸਭ ਤੋਂ ਮੈਂ ਸੋਚਦਾ ਸੀ ਸਭ ਦੁੱਖ ਹੈ, ਲੇਕਿਨ ਮੈਂ ਦੇਖਿਆ ਸਾਰੀ ਦੁਨੀਆ ਹੀ ਦੁਖੀ ਹੈ। ਉੱਚੇ ਚੜ ਕੇ ਮਤਲਬ ਆਤਮਿਕ ਅਵਸਥਾ ਜਦੋਂ ਮੈਨੂੰ ਉੱਚੀ ਹੋਈ ਮੇਰੀ, ਮੈਂ ਮਤਲਬ ਮੈਨੂੰ ਥੋੜਾ ਜਿਹਾ ਗਿਆਨ ਹੋਇਆ ਤਾਂ ਮੈਂ ਦੇਖਿਆ ਵੀ ਤੇ ਬਹੁਤ ਦੁਖੀ ਹੈ। ਕਹਿੰਦੇ ਮਨੁੱਖ ਜੂਨ ਬੜੀ ਚੰਗੀ ਹੈ, ਘਰ ਹਰ ਬੰਦਾ ਦੁਖੀ ਹੈਗਾ। ਉਸੀ ਤੋਂ ਬਿਲਕੁਲ ਅਗਲਾ ਸ਼ਲੋਕ ਮਹਿਲਾ 5ਵਾਂ ਦਾ, ਗੁਰੂ ਅਰਜਨ ਪਾਤਸ਼ਾਹ ਜੀ ਦਾ, ਕਹਿੰਦੇ ਫਰੀਦਾ ਡੂਮ ਰੰਗਾਵਲੀ ਮੰਝ ਵਿਸਲਾ ਬਾਗ। ਕਹਿੰਦੇ ਨੇ ਦੁਨੀਆ ਬੜੀ ਸੋਹਣੀ ਹੈ, ਡੂਮ ਮਤਲਬ ਧਰਤੀ, ਫਰੀਦਾ ਡੂਮ ਰੰਗਾਵਲੀ ਬੜੀ ਰੰਗ ਭਰੀ ਹੈ, ਬੜੀ ਖੁਸ਼ਹਾਲ ਹੈ। ਮੰਝ ਵਸੂਲਾ ਬਾਗ, ਇਹਦੇ ਵਿੱਚ ਬਾਗ ਨੇ। ਮਤਲਬ ਅੱਜ ਤੱਕ ਜਿਤਨੀ ਵੀ ਸਾਇੰਸ ਨੇ ਤਰੱਕੀ ਕੀਤੀ ਹੈ, ਗ੍ਰਹਿ ਨਛੱਤਰ ਦੁਨੀਆ ਭਰ ਦੇ ਉਹਨਾਂ ਨੇ ਦੂਰ ਦੂਰ ਤੱਕ ਇੰਨੀ ਟੈਕਨੋਲੋਜੀ ਆ ਗਈ ਹੈ ਕਿ ਬੜੇ ਬੜੇ ਦੂਰ ਦੂਰ ਤੱਕ ਉਹਨਾਂ ਨੇ ਦੇਖ ਲਿਆ, ਬੜੇ ਬੜੇ ਪਲੈਨਟਸ ਤੱਕ ਉਹਨਾਂ ਨੇ ਦੇਖ ਲਿਆ ਵੀ ਕਿੱਥੇ ਕਿੱਥੇ ਕੀ ਹੈਗਾ, ਜਾ ਕੇ ਵੀ ਦੇਖ ਲਿਆ। ਇਸ ਧਰਤੀ ਤੋਂ ਵਧੀਆ ਪਲੈਨਟ, ਇਸ ਤੋਂ ਵਧੀਆ ਜਗ੍ਹਾ ਅੱਜ ਤੱਕ ਨਹੀਂ ਲੱਭੀ, ਹਜੇ ਤੱਕ ਤੇ ਨਹੀਂ ਲੱਭੀ। ਜਿਤਨੀ ਇੱਥੇ ਹਰਿਆਵਲ, ਖੁਸ਼ਹਾਲੀ, ਬਾਗ ਬਗੀਚੇ, ਝਰਨੇ, ਨਦੀਆਂ, ਪਹਾੜ, ਮਤਲਬ ਜਿਤਨਾ ਇੱਥੇ ਰੰਗ ਬਿਰੰਗਾ ਜਿੰਨਾ ਕੁਝ ਹੈਗਾ ਨਾ ਇੱਥੇ ਜੀਵਨ ਹੈ, ਇਸ ਤੋਂ ਵਧੀਆ ਜਗ੍ਹਾ ਹਜੇ ਤੱਕ ਤੇ ਨਜ਼ਰ ਨਹੀਂ ਆਈ।
तो गुरु साहब कहते फरीदा डूंग रंगालवी मंज वसूला बाग जो नर पिर निवाजिया तिना अंच न लाग। जो नर पीर 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 का मतलब होता गुरु, फारसी का लफज है, फारसी दे विच पीर कहते हैं गुरु, जिन्हों ने गुर भाव टैकनीक नूं जिन्हों ने उस सच नूं अपनाया ना तिना अंच ना लाग, तिन्हां कुछ नहीं होता। जिहड़ी गल फरीद साहब पहले कही है उसनूं रजन पातशाह जी ने होर क्लीयर किया। असीं कहंदे हां मनुखा जन्म का मकसद ही यही सी आनंद लैना, लेकिन वो आनंद सानूं मिल रहा जिहदी सारी गल कीती गई है। इस करके परेशान दुखी चिंतित यह सब चीज़ां साडे नाल वरत रहीआं। हुण इस तो अगला जिहड़ी अज दी विचार कर रहे हैं, हर जियो गुफा अंदर रख के वाजा पवन वजाया। उस अकाल पुरख ने हर जियो वो जिंद जियो अंदर रख के ये वाजा वजा दिता, भाव जीवन दिता सानू। वजाया वाजा पवन नौ द्वारे प्रगट किए 10वां गुप्त रखाया। नौ दवारे जो सामने नजर आते हैं, एक द्वार ऐसा है जो नजर नहीं आता, गुप्त है। हर द्वारे जो साढ़े जो जड़ा है वो कोई ना कोई चीज़ आती जाती है, लेकिन एक द्वार ऐसा है गुप्त है। वो गुप्त द्वार है जिहड़ी साडी सोचनी, साडी सुरत के थ्रू भी साढ़े जिहड़ी है वो चीज़ अंदर आती है, विचार आते हैं। लेकिन कबीर साहब का एक श्लोक है, कहते ने 9 दरवाजे काया कोट है 10वें गुप्त रखीजा। बजर कपाट न खुलई गुर शब्द खुलीजा। बजर कपाट कहते बड़े ना तगड़े ने, पत्थर कह लो, बड़े तगड़े कपाट ने, लेकिन गुरु शब्द जो चलता है ना, जो गुरु शब्द वो नाल खुलता। शब्द का मतलब है ज्ञान। हुण वो जड़ा, लेकिन कबीर साहब एक सॉरी ये महला दूजा दा कबीर साहब का एक श्लोक है, कहते हैं ये 9 दरवाजे ने ना, जब तक इन्हों कंट्रोल नहीं किया ना तब तक 10वें द्वार का नहीं पता चलता। और मनुखी जीवन की जी हुणे असीं गल कीती है ना, मनुखा जीवन का जानवरों के नाल फर्क ही आई है कि मनुख का जिहड़ा ना यह 10वां द्वार खुलता। यह सुरत जिहड़ी है ना केवल ते केवल मनुख कोल वो जिहड़ी हैगी ना वो डेवलप्ड हैगी। जे वो सुरत डेवलप नहीं हुई, वो 10वां द्वार नहीं खुलिया, वो ज्ञान नहीं लिया, तो फिर यदा जीवन जानवरों तो ही पैड़ा। केवल ते केवल सुरत जिहड़ी है ना, सुरत ही यदि जिहड़ी है वो जानवरों तो इहनूं वखरा करदी है। वरना चीते जिन्ना इंसान दौड़ नहीं सकता, हाथी जिन्ना ताकत नहीं हो सकती, चिड़ी जगह उड़ नहीं सकता, किसी भी हर एक जानवर तो इंसान पिछे है। सिर्फ अपनी जिहड़ी सुरत है ना, सुरत करके ही है उन्होंने भी काबू कर लेंदा, सुरत करके ही है सब कुछ। लेकिन जे सुरत नहीं चली, सुरत दे विच वो ज्ञान नहीं आया, इहदा इंसान का जीवन जानवरों तो ही बदतर है। तो कबीर साहब कहते ने, कबीर ज्यों कर देख नौ कर देख जो कामणी भली वस्त अनूप समाई। कहत कबीर नवे कर मूसे 10वें तत्व समाई। कहत कबीर नवे कर मूसे, मूसे का मतलब है ठगना। जदों मैं ठगिया भाव इन्हों कंट्रोल किया ना, तां जाके जिहड़ी है ना 10वें तत्व समाई, और तत्व तां मिलता है। तो जे इन्हां ते कंट्रोल नहीं है, अखां ते कंट्रोल नहीं है, कन्नां ते कंट्रोल नहीं है, किसी भी चीज़ ते साढ़े 9 द्वारे ते किसी ते कंट्रोल नहीं है ना, तो फिर जिंदगी बड़ी पैड़ी। जे ये कंट्रोल है तो 10वें तत्व समाई, तो 10वां द्वारा जो है वो यूज होता, नहीं तो यूज ही नहीं होता, बंद तो बंद ही रह जाता। गुरुद्वारे लाई भावनी, एक ना 10वां द्वार दिखाया। गुरुद्वारे लाए भावनी, एक ना गुरु दे द्वारा भावना लगी एक दे नाल। हुण 10वां द्वार खुलदा किस तरह? गुरुद्वारे लाए भावनी, एक ना 10वां द्वार दिखाया। 10वां द्वार तां दिखदा है जे गुरु दे नाल लगे। गुरु का मतलब ज्ञान है।
ਜੇ ਗਿਆਨ ਲੈਣੇ, ਸੁਰਤ ਦੇ ਵਿੱਚ ਹੁੰਦਾ ਕੀ ਹੈ? ਸੁਰਤ ਦਾ ਮਤਲਬ ਕੀ ਹੈ? ਗਿਆਨ ਜਿਹੜਾ ਸੁਰਤ ਦੀ ਸੀ ਆਣਾ, ਹੋਰ ਤਾਂ ਕੋਈ ਗਿਆਨ ਆਉਣ ਦਾ ਕੋਈ ਵੀ ਦਰਵਾਜ਼ਾ ਹੋਰ ਨਹੀਂ ਹੈ। ਸਾਨੂੰ ਨੱਕ ਕੰਨ ਅੱਖਾਂ ਦੇ ਨਾਲ ਕੁਝ, ਅੱਖਾਂ ਤੇ ਵੀ ਦੇਖਦੀਆਂ ਨੇ, ਲੇਕਿਨ ਗਿਆਨ ਸੁਰਤ ਹੀ ਲੈਂਦੀ ਹੈ। ਦੇਖੋ ਅਸੀਂ ਟੇਸਟ ਕਰਦੇ ਹਾਂ ਨਾ, ਕੋਈ ਭੋਜਨ ਖਾਧਾ, ਜ਼ਬਾਨ ਨੇ ਟੇਸਟ ਕੀਤਾ, ਅਸੀਂ ਕਹਿੰਦੇ ਆ ਬਈ ਸਵਾਦ ਹੈ, ਸਵਾਦ ਹੈ, ਜਾਂ ਅਸੀਂ ਕਹਿੰਦੇ ਆ ਬੇਸਵਾਦ ਹੈ। ਜ਼ਬਾਨ ਨੇ ਟੇਸਟ ਕੀਤਾ, ਕਿਹੜੀ ਅੰਦਰ ਚੀਜ਼ ਜਿਹਨੇ ਇਹ ਫੈਸਲਾ ਕਰ ਲਿਆ ਕਿ ਸਵਾਦ ਹੈ ਕਿ ਬੇਸਵਾਦ ਹੈ? ਸੁਰਤ। ਗਾਣਾ ਸੁਣਦੇ ਆ, ਕਹਿੰਦੇ ਯਾਰ ਬੜਾ ਕਿਆ ਮਿਊਜ਼ਿਕ ਹੈ, ਕਿਆ ਗਾਇਆ, ਜਾਂ ਕਹਿੰਦੇ ਬੇਸੁਰਾ ਗਾਇਆ। ਉਹ ਗਾਣਾ ਤੇ ਕੰਨਾਂ ਨੇ ਸੁਣਿਆ, ਕਿਹੜੀ ਚੀਜ਼ ਹੈ ਅੰਦਰ ਜਿਹਨੇ ਇਹ ਫੈਸਲਾ ਕਰ ਲਿਆ ਕਿ ਗਾਣਾ ਸੁਰੀਲਾ ਹੈ, ਮਿਊਜ਼ਿਕ ਵਧੀਆ ਹੈ ਜਾਂ ਬੇਸੁਰਾ? ਕਿਹੜੀ ਚੀਜ਼ ਸੀ ਅੰਦਰ? ਸੁਰਤ। ਸੁੰਘਦੇ ਵੀ ਆ, ਸੁੰਘਣਾ ਕਿਸ ਤਰ੍ਹਾਂ ਪਤਾ ਲੱਗਦਾ ਸਾਨੂੰ ਇਹ ਬਦਬੂ ਹੈ, ਖੁਸ਼ਬੂ ਹੈ? ਕਿਸ ਤਰ੍ਹਾਂ ਫੈਸਲਾ ਹੋ ਜਾਂਦਾ? ਨੱਕ ਦਾ ਕੰਮ ਤੇ ਸੁੰਘਣਾ ਹੀ ਹੈ। ਕਿਹੜੀ ਚੀਜ਼ ਅੰਦਰ ਉਹ ਸੁਰਤ ਹੈਗੀ ਹੈ ਜਿਹਨੇ ਫੈਸਲਾ ਕਰਨਾ ਕਿ ਬਦਬੂ ਹੈ, ਖੁਸ਼ਬੂ ਹੈ, ਚੰਗਾ ਜਾਂ ਮਾੜਾ, ਭਾਵੇਂ ਅੱਖਾਂ ਦੇਖਦੀਆਂ। ਕੋਈ ਵੀ 9 ਦਰਵਾਜ਼ੇ ਜਿੰਨੀ ਵੀ ਚੀਜ਼ਾਂ ਨੇ, ਸੁਰਤ ਸਭ ਤੋਂ ਇੰਪੋਰਟੈਂਟ। ਸੁਰਤ ਅਗਰ ਨਹੀਂ ਜਗੀ, ਸੁਰਤ 10ਵਾਂ ਦਰਵਾਜ਼ਾ ਨਹੀਂ ਖੁੱਲਿਆ, ਇਹ ਸਾਰੇ ਦਰਵਾਜ਼ੇ, ਇਹ ਤੇ ਜਾਨਵਰਾਂ ਕੋਲ ਵੀ ਹੈਗੇ ਨੇ, ਇਹ ਤੇ ਜਾਨਵਰਾਂ ਕੋਲ ਵੀ ਹੈਗੇ ਨੇ। ਬਸ ਸੁਰਤ ਜਿਹੜੀ ਹੈ ਉਹ ਮਨੁੱਖਾਂ ਜਿਹੜੀ ਹੈ ਉਹ ਉੱਤੇ ਕਰਦੀ ਹੈ। ਔਰ ਸਾਰੀ ਸੁਰਤ ਦਾ ਜਿਹੜਾ ਖੁੱਲਣ ਦਾ ਇੱਕੋ ਇੱਕ ਜ਼ਰੀਆ ਸੀ, ਉਹ ਸੀ ਵਿਚਾਰ। ਔਰ ਅਸੀਂ ਸਾਡੇ 'ਚ ਸਭ ਤੋਂ ਵਿਚਾਰ ਹੀ ਪਿੱਛੇ ਕਰ ਦਿੱਤੀ ਗਈ। ਐਸੇ ਐਸੇ ਧੜੇ ਬਣ ਗਏ, ਕੀਰਤਨ ਹੀ ਕਰਨਾ ਜੀ, ਸਿਰਫ ਰਹਿਣ ਸਭਾਈ ਕਰ ਲੈਂਦੇ ਨੇ ਪੂਰੀ 10-10 ਘੰਟੇ ਦੀ, ਪਰ ਕਹਿੰਦੇ ਨੇ ਵਿਚਾਰ ਨਹੀਂ ਕਰ ਰਹੇ, ਕੇਵਲ ਕੀਰਤਨ। ਕਈ ਘੰਟਿਆਂ ਦੇ ਪ੍ਰੋਗਰਾਮ ਹੁੰਦੇ ਨੇ ਜੀ, ਹੋਰ ਵੀ ਬੜੇ ਸਾਰੇ ਧੜੇ ਹੈਗੇ ਨੇ। ਕੋਈ ਕਹਿੰਦਾ ਨਹੀਂ ਕੀਰਤਨ ਕਰ ਲਓ, ਵਿਚਾਰ ਨਹੀਂ ਕਰਨੀ, ਉਸ ਤੋਂ ਬਾਅਦ ਕੋਈ ਬਖਸ਼ੀ ਹੋਈ ਰੂਹ ਸਾਨੂੰ ਮਿਲੇਗੀ ਤੇ ਉਹ ਸਾਨੂੰ ਵਿਚਾਰ ਨਹੀਂ ਕਰਨੀ। ਔਰ ਸਾਨੂੰ ਵਿਚਾਰ ਸਭ ਤੋਂ ਉੱਤੇ ਸੀ, ਸਭ ਤੋਂ ਉੱਪਰ ਕੁਝ ਸ਼ਬਦ ਵਿਚਾਰ ਦੀ ਗੱਲ ਕੀਤੀ ਹੈ। ਦੇਖੋ ਕੀਰਤਨ, ਹੋਰ ਕੀਰਤਨ ਦਰਬਾਰ ਵੀ ਹੁੰਦੇ ਨਾ ਸਾਡੇ ਪ੍ਰੋਗਰਾਮ, ਤੁਸੀਂ ਦੇਖ ਲਓ, ਪੋਸਟਰ ਪੜ੍ਹ ਲਓ, ਕੋਈ ਵੀ ਆਉਂਦੇ ਜਾਂਦੇ। ਘੰਟੇ ਦਾ, 2 ਘੰਟੇ ਦਾ, 4 ਘੰਟੇ ਦਾ ਵੀ ਪ੍ਰੋਗਰਾਮ ਹੋਏਗਾ ਨਾ, ਇਹ ਫਲਾਣੇ ਰਾਗੀ 4-5 ਰਾਗੀ ਕੀਰਤਨ, ਵਿਰਲਾ ਹੀ ਕੋਈ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਵਿਚਾਰ ਦਾ ਪ੍ਰੋਗਰਾਮ ਹੁੰਦਾ, ਵਰਨਾ ਨਹੀਂ ਹੁੰਦਾ। ਬਸ ਕੀਰਤਨ ਹੀ ਕੀਰਤਨ ਕਰ ਜਾਓ। ਕੀਰਤਨ ਚਲੋ ਕਰਨਾ ਮਾੜਾ ਨਹੀਂ ਹੈ, ਲੇਕਿਨ ਕੀਰਤਨ ਦੇ ਨਾਲ ਵਿਚਾਰ ਬੜੀ ਜ਼ਰੂਰੀ ਸੀ। ਵਿਚਾਰ ਹੁੰਦੀ ਨਹੀਂ। ਅੱਜ ਦੇਖੋ ਕੀਰਤਨ ਕਿੰਨਾ ਹੋਇਆ, ਕਿੰਨੀ ਲੱਖਾਂ ਵਾਰੀ ਸ਼ਾਇਦ ਪੜਿਆ ਹੋਏਗਾ ਇੱਕ ਲਾਈਨ, ਅੱਜ ਕੱਲ ਤੇ ਬਹੁਤ ਪੜੀ ਜਾ ਰਹੀ ਹੈ, ਅੱਗੇ ਵੀ ਪੜੀ ਜਾਣੀ ਹੈ ਆਉਣ ਵਾਲੇ ਟਾਈਮ 'ਚ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣਾ। ਬਸ ਇੱਕੋ ਹੀ ਸਾਨੂੰ ਆਉਂਦਾ ਗੁਰਪੁਰਬ ਤੇ ਸਭ ਤੋਂ। ਬਸ ਹੁਣ ਦੇਖੋ ਵਿਚਾਰ ਨਹੀਂ ਹੋਈ ਨਾ, ਹੁਣ ਇਹਦੇ ਅਰਥ ਪਤਾ ਕੀ, ਅਗਰ ਸਾਨੂੰ ਸਮਝ ਆਏ ਜਾਂ ਸਾਨੂੰ ਦੱਸਿਆ ਜਾਂ ਸਾਡੇ ਬਚਪਨ ਤੋਂ ਹੀ ਸੁਣਦੇ ਗਏ ਕਿ ਸਤਿਗੁਰੂ ਨਾਨਕ ਜਿਹੜੇ ਨੇ, ਗੁਰੂ ਨਾਨਕ ਸਾਹਿਬ ਇਹ ਪ੍ਰਗਟ ਹੋ ਗਏ ਤੇ ਜਗ ਦੇ ਵਿੱਚ ਚਾਨਣ ਹੋ ਗਿਆ। ਇਹੀ ਹੁੰਦਾ, ਇਹ ਫਲਾਣੀ ਡੇਟ ਨੂੰ, ਇਹ ਗੁਰਪੁਰਬ ਵਾਲੇ ਦਿਨ, ਇਹ ਫਲਾਣੀ ਡੇਟ ਨੂੰ, ਇਹੀ ਹੈ। ਹੁਣ ਦੇਖੋ ਜਦੋਂ ਇਹ ਪੜ੍ਹਦੇ ਆ ਨਾ, ਤੇ ਕਿਆ ਇਹ ਥਾਟ ਜਿਹੜੀ ਹੈ ਸਾਨੂੰ ਅਵਤਾਰਵਾਦ ਵੱਲ ਨਹੀਂ ਲੱਗ ਜਾਂਦੀ? ਜਿਸ ਤਰ੍ਹਾਂ ਵਿਸ਼ਨੂੰ ਭਗਵਾਨ ਪ੍ਰਗਟ ਹੋਏ ਜਾਂ ਰਾਮ ਪ੍ਰਗਟ ਹੋਏ ਜਾਂ ਫਲਾਣਾ ਰੱਬ ਜਿਹਨੂੰ ਅਸੀਂ ਕਹਿੰਦੇ ਆ ਉਹ ਫਲਾਣੇ ਦਿਨ ਪ੍ਰਗਟ ਹੋਏ ਸੀ ਧਰਤੀ ਤੇ, ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ। ਅਵਤਾਰਵਾਦ ਸਿੱਧੀ ਲੱਗ ਜਾਂਦੀ ਹੈ। ਤੇ ਸਤਿਗੁਰ, ਗੁਰੂ ਨਾਨਕ ਸਾਹਿਬ ਨੂੰ ਸਤਿਗੁਰ ਕਿਹਾ, ਕਦੀ ਉਹਨਾਂ ਨੇ ਆਪਣੇ ਆਪ ਨੂੰ ਸਤਿਗੁਰ ਨਹੀਂ ਕਿਹਾ। ਔਰ ਫਿਰ ਗੁਰਬਾਣੀ ਕਹਿੰਦੀ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਬਿਨਾਸੀ ਪੁਰਖ ਹੈ, ਸਭ ਮੇ ਰਿਹਾ ਸਮਾਏ। ਕਿਆ ਇਸ ਤੋਂ ਇਹ ਗੱਲ ਉਲਟ ਨਹੀਂ ਹੈਗੀ? ਪਰ ਵਿਚਾਰ ਨਹੀਂ ਹੋਈ। ਕਿਆ ਕਿਤੇ ਭਾਈ ਗੁਰਦਾਸ ਜੀ ਇਹ ਤੇ ਨਹੀਂ ਕਹਿੰਦੇ ਕਿ ਸਤਿਗੁਰ ਜਿਹੜਾ ਸੱਚਾ ਗਿਆਨ ਹੈ, ਨਾਨਕ ਪ੍ਰਗਟਿਆ, ਨਾਨਕ ਨੇ ਪ੍ਰਗਟ ਕਰ ਦਿੱਤਾ। ਸਤਿਗੁਰ ਪਹਿਲੇ ਸੀ, ਆਲਰੇਡੀ ਸੀ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਤੇ ਆਲਰੇਡੀ ਸੱਚਾ ਗਿਆਨ ਤੇ ਪੂਰੀ ਦੁਨੀਆ ਦੇ ਵਿੱਚ ਪਹਿਲੇ ਹੀ ਸੀ। ਲੇਕਿਨ ਉਹਨੂੰ ਪ੍ਰਗਟ ਦਾ ਮਤਲਬ ਕੀ ਹੁੰਦਾ? ਪ੍ਰਗਟ ਦਾ ਮਤਲਬ ਹੁੰਦਾ ਕੋਈ ਚੀਜ਼ ਸਾਹਮਣੇ ਹੋਏ ਲੇਕਿਨ ਨਜ਼ਰ ਨਾ ਆਉਂਦੀ ਹੋਏ, ਅਚਾਨਕ ਉਹ ਸਾਹਮਣੇ ਆ ਜਾਏ। ਅੰਧੇਰਾ ਹੁੰਦਾ, ਜਿਸ ਤਰ੍ਹਾਂ ਅੰਧੇਰੇ ਦੇ ਵਿੱਚ ਸਾਨੂੰ ਕੋਈ ਚੀਜ਼ ਪਈ ਹੋਏ ਲੇਕਿਨ ਸਾਨੂੰ ਨਜ਼ਰ ਨਾ ਆਏ, ਅਚਾਨਕ ਲਾਈਟ ਜਲੇ ਤੇ ਸਾਨੂੰ ਨਜ਼ਰ ਆਣੀ ਸ਼ੁਰੂ ਹੋ ਜਾਏ। ਜਿਸ ਤਰ੍ਹਾਂ ਖਾਲਸਾ ਕਹਿੰਦੇ ਨੇ, ਖਾਲਸਾ 1699 ਖਾਲਸਾ ਬਣਾਇਆ ਨਹੀਂ ਸੀ, ਖਾਲਸਾ ਪ੍ਰਗਟ ਕੀਤਾ ਸੀ। ਆਲਰੇਡੀ ਖਾਲਸਾ ਬਣ ਗਿਆ ਸੀ, ਹੈ ਨਾ।
ਆਲਰੇਡੀ ਖਾਲਸਾ ਤੇ ਪਹਿਲੇ ਹੀ ਸੀ, ਤਾਂ ਹੀ ਤੇ ਸਿਰ ਦੇਣ ਨੂੰ ਤਿਆਰ ਸੀ, ਆਲਰੇਡੀ ਪਹਿਲੇ ਸੀ ਸਾਰੇ ਗੁਣ, ਲੇਕਿਨ ਉਹ ਪ੍ਰਗਟ ਕੀਤਾ ਉਸ ਪ੍ਰੋਗਰਾਮ ਦੇ ਉੱਤੇ ਕਿ ਦੁਨੀਆ ਦੇ ਸਾਹਮਣੇ ਲਿਆਂਦਾ, ਪ੍ਰਗਟ ਕੀਤਾ, ਪ੍ਰਗਟੇ ਉਹ ਖਾਲਸਾ ਪਰਮਾਤਮਾ। ਸੋ ਪ੍ਰਗਟ ਦਾ ਮਤਲਬ ਹੁੰਦਾ ਸਤਿਗੁਰ, ਸੱਚਾ ਗਿਆਨ ਜਿਹੜਾ ਸੀ, ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਜੋ ਕਰ ਸੂਰਜ ਨਿਕਲਿਆ ਤਾਰੇ ਛਪਿਆ। ਇਹ ਸਜੋ ਇਸ ਤਰੀਕੇ ਨਾਲ ਪੜ੍ਹ ਦਿਆਂਗੇ ਕਿ ਗੁਰੂ ਸਾਹਿਬ ਨੇ ਉਹ ਪ੍ਰਗਟ ਕੀਤਾ, ਕਿਉਂਕਿ ਆਲਰੇਡੀ ਗਿਆਨ ਸੀ। ਜਿਹੜਾ ਸਿੱਧ ਪੁੱਛਦੇ ਨੇ ਨਾ ਗੁਰੂ ਸਾਹਿਬ ਨੂੰ ਕਿ ਤੂੰ ਕਹਿੰਦਾ ਹੈ ਸ਼ਬਦ ਗੁਰੂ ਸੁਰਤ ਤਿੰਨ ਚੇਲਾ, ਪਹਿਲੇ ਸਿੱਧ ਗੋਸ਼ਟ ਪੜੋ ਨਾ, ਤੇ ਫਿਰ ਸਿੱਧ ਅਗਲਾ ਕੁਐਸਚਨ ਕਰਦੇ ਨੇ, ਸੋ ਸ਼ਬਦ का कहां निवास कथिए ले जित तरिए भवजल संसारो। ਜੇ ਸ਼ਬਦ ਗੁਰੂ ਹੈਗਾ ਤੇ ਮੈਨੂੰ ਦੱਸ ਕਿ ਰਹਿੰਦਾ ਕਿੱਥੇ ਹੈ, ਫਿਰ ਉਹ ਹੈ ਕਿੱਥੇ, ਉਹਦਾ ਨਿਵਾਸ ਕਿੱਥੇ ਹੈ। ਸੋ ਗੁਰੂ ਸਾਹਿਬ ਦਾ ਉਹ ਜਵਾਬ ਦੇ ਕਹਿੰਦੇ, ਸੋ ਸ਼ਬਦ ਕੋ ਨਿਰੰਤਰ ਵਾਸ ਅਲਖ ਜੈ ਦੇਖਾਂ ਤੈ ਸੋਈ। ਪੂਰੀ ਕਾਇਨਾਤ ਦੇ ਵਿੱਚ ਉਹ ਸ਼ਬਦ, ਉਹ ਗਿਆਨ ਫੈਲਿਆ ਹੋਇਆ ਹੈ, ਪੂਰੀ ਕਾਇਨਾਤ ਦੇ ਵਿੱਚ ਮੌਜੂਦ ਹੈ। ਜਿੱਥੇ ਦੇਖਦਾ ਉੱਥੇ ਮੈਨੂੰ ਉਹ ਗਿਆਨ ਮਿਲਦਾ। ਜਿਹੜੀ ਭਾਵੇਂ ਕੀੜੀ ਦੇਖਾਂ ਮੈਨੂੰ ਕੀੜੀ ਤੋਂ ਗਿਆਨ ਮਿਲ ਜਾਂਦਾ, ਪੇੜ ਦੇਖਦਾ ਮੈਨੂੰ ਪੇੜ ਤੋਂ ਗਿਆਨ ਮਿਲਦਾ, ਜਿਹੜੀ ਚੀਜ਼ ਦੇਖੋ ਉਹਦੇ ਵਿੱਚੋਂ ਗਿਆਨ ਮਿਲਦਾ। ਸੋ ਸਤਿਗੁਰ ਸ਼ਬਦ ਗਿਆਨ ਤੇ ਆਲਰੇਡੀ ਇੱਥੇ ਸੀ, ਜੈ ਦੇਖਾਂ ਤੈ ਸੋਈ। ਬਸ ਗੁਰੂ ਸਾਹਿਬ ਨੇ ਉਹਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਜਦੋਂ ਇਹ ਅਰਥ ਕਰਾਂਗੇ ਸਾਡਾ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ। ਹੁਣ ਦੇਖ, ਜਦੋਂ ਦੇਖਣਾ ਸ਼ੁਰੂ ਹੋਇਆ ਨਾ, ਹੁਣ ਹੋਇਆ ਕਿ ਤਹਿ ਅਨੇਕ ਰੂਪ ਨਾਉ ਨਵ ਨਿਦਿਤ ਤਿਸ ਦਾ ਅੰਤ ਨਾ ਜਾਈ ਪਾਇਆ। ਫਿਰ ਕਹਿੰਦੇ ਨੇ ਕਿ ਫਿਰ ਉਹ ਜਿਹੜੀ ਹੈ ਉਹ ਤਹਿ ਅਨੇਕ ਰੂਪ ਨਾਉ ਨਵ ਨਿਦਿਤ, ਉਹ ਹਰ ਇੱਕ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋਇਆ। ਅਨੇਕਾਂ ਰੂਪਾਂ ਦੇ ਵਿੱਚ ਫਿਰ ਉਹ ਜਿਹੜਾ ਹੈ ਨਜ਼ਰ ਆਉਣਾ ਸ਼ੁਰੂ ਹੁੰਦਾ ਜਦੋਂ ਇਹ ਸੁਰਤ ਗਿਆਨ ਆਉਂਦਾ, ਅਦਰਵਾਈਜ਼ ਨਹੀਂ ਨਜ਼ਰ ਆਉਂਦਾ। ਉਸ ਦਿਨ ਪਾਰਕ ਘੁੰਮ ਰਹੇ ਸੀ, ਅਜੀਤ ਸਿੰਘ ਕੁਐਸਚਨ ਕਰ ਰਹੇ ਸੀ, ਕਹਿੰਦੇ ਸੀ ਅੱਜ ਆਏ ਨਹੀਂ ਕਿ ਜਿਹੜੇ ਇਹ ਲੋਕ ਦੇਖਦੇ ਆ ਬੜੇ ਠੱਗੀਆਂ ਚੋਰੀਆਂ ਕਰਦੇ ਨੇ, ਪੈਸਾ ਲੁੱਟਦੇ ਨੇ, ਉਹ ਫਲਾਣੇ ਕਮੇਟੀ ਦਾ ਬੰਦਾ, ਫਲਾਣਾ ਲੀਡਰ, ਕਹਿੰਦੇ ਮੌਜਾਂ ਤੇ ਬੜੀਆਂ ਮਾਰਦੇ ਨੇ। ਇਹ ਸਵਾਲ ਕਾਮਨ ਸਵਾਲ ਹੈ, ਸਭ ਦਾ ਬੜਾ ਕਾਮਨ ਸਵਾਲ ਹੈ। ਇੰਨੀਆਂ ਮੌਜਾਂ, ਦੁਨੀਆ ਭਰ ਦੀਆਂ ਮੌਜਾਂ ਮਾਣ ਰਹੇ ਨੇ, ਫਿਰ ਅਸੀਂ ਵੀ ਕਿਉਂ ਅਸੀਂ ਪਰੇਸ਼ਾਨ ਆ, ਦੁਖੀ ਆ, ਵੀ ਉਹਨਾਂ ਵਾਕਨ ਯਾਦ ਹੋਏ ਨਾ ਵੀ ਅਸੀਂ ਨਹੀਂ ਕਰ ਰਹੇ ਸੀ। ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਜਦ ਤੈ ਅਨੇਕ ਰੂਪ ਨਾ ਹੋਣੇ ਦੀ ਜਿਹੜੀ ਗੱਲ ਹੈ ਨਾ, ਜਿਸ ਬੰਦੇ ਨੂੰ ਇਹ ਨਜ਼ਰ ਆ ਜਾਏ ਨਾ ਸਭ ਦੇ ਵਿੱਚ ਰੱਬ, ਇੱਕ ਬੰਦੇ ਦਾ ਕਤਲ ਕਰਨ ਵਾਸਤੇ ਨਾ, ਜੇ ਉਹਨੂੰ ਰੱਬ ਨਜ਼ਰ ਆਉਂਦਾ ਨਾ, ਉਹਦਾ ਕਤਲ ਨਹੀਂ ਕਰ ਸਕਦਾ ਕਦੀ। ਉਹ ਪੋਸੀਬਲ ਹੈ? ਜੇ ਇਹਨੂੰ ਦੂਸਰੇ ਦੇ ਵਿੱਚ ਰੱਬ ਨਜ਼ਰ ਆਏ, ਕਿਆ ਉਹਦਾ ਕਤਲ ਕਰ ਸਕਦਾ ਹੈ? ਆਪਣੇ ਅੰਦਰ ਪਤਾ ਨਹੀਂ ਕਿੰਨਾ ਕੁਝ ਉਹਨੂੰ ਮਾਰਨਾ ਪੈਂਦਾ ਤਾਂ ਅਗਲੇ ਨੂੰ ਮਾਰਦਾ। ਕਿਆ ਸਾਡੇ 'ਚ ਉਹ ਹਿੰਮਤ ਹੈ ਮਾਰਨ ਦੀ ਜੋ ਉਹਨੇ ਮਾਰ ਲਿਆ, ਜਿਹੜਾ ਮੌਜਾਂ ਕਰ ਰਿਹਾ? ਹੁਣ ਤੁਸੀਂ ਉਹ ਜਿਹੜੀ ਉਹ ਆਪਣੇ ਅੰਦਰੋਂ ਜ਼ਮੀਨ ਮਾਰਨ ਦੀ, ਆਪਣਾ ਉਹ ਸਭ ਕੁਝ, ਉਹ ਜਿਹੜਾ ਰੱਬ, ਆਪਣਾ ਸੱਚ, ਆਪਣਾ ਜਿਹੜਾ ਅੰਦਰ ਦਾ ਜਿਹੜੀ ਆਤਮਾ ਮਾਰਨ ਦੀ ਜਿਹੜੀ ਤੜਪ ਹੈ ਨਾ, ਜਿਹੜੀ ਪੀੜਾ ਹੈ, ਉਹ ਸਹਾਰਨੀ ਪੈਂਦੀ ਹੈ ਤਾਂ ਇੱਥੇ ਜਾ ਕੇ ਪਹੁੰਚਦੀ ਹੈ। ਅਸੀਂ ਉਹ ਸਹਾਰ ਨਹੀਂ ਸਕਦੇ। ਕਿਸੇ ਦੀ ਚੇਨ ਲੁੱਟ ਕੇ ਲਿਆਣੀ ਨਾ, ਕਿਸੇ ਚੇਨ ਦੀ ਖੋਣੀ, ਆਪਣੇ ਅੰਦਰ ਪਤਾ ਨਹੀਂ ਕੀ ਕੁਝ ਖੋਇਆ ਜਾਂਦਾ ਤਾਂ ਅਗਲੀ ਦੀ ਚੇਨ ਦੇ ਖੋਣ ਦੀ ਹਿੰਮਤ ਪੈਂਦੀ ਹੈ। ਕਿਆ ਅਸੀਂ ਉਹ ਖੋਣ ਦੇ ਮਤਲਬ ਕਾਬਲ ਹੈਗੇ ਆ? ਮਤਲਬ ਅਸੀਂ ਆਪਣੇ ਆਪ ਨੂੰ ਉਹਦੇ ਬਣਾ ਲਓ ਕਾਬਲ, ਤੁਸੀਂ ਮੌਜਾਂ ਕਰ ਲਓ। ਉਸ ਪੀੜਾ ਚੋਂ ਨਿਕਲੋ ਤਾਂ ਸਹੀ ਪਹਿਲੇ। ਤੁਸੀਂ ਕਹੋਗੇ ਮੈਂ ਉਹ ਪੀੜਾ ਵੀ ਨਾ ਲਵਾਂ ਤੇ ਉਹ ਮੌਜਾਂ ਵੀ ਕਰਾਂ, ਉਹਦੇ ਵਰਗੀਆਂ ਕਰਾਂ, ਇਹ ਪੋਸੀਬਲ ਨਹੀਂ ਹੈ। ਕਿਸੇ ਨੂੰ ਲੁੱਟਣ ਵਾਸਤੇ ਪਤਾ ਨਹੀਂ ਕੀ ਕੁਝ ਆਪਣੇ ਅੰਦਰੋਂ ਪਹਿਲੇ ਲੁੱਟਿਆ ਜਾਂਦਾ ਹੈ, ਕੀ ਸੋਚ ਆਉਂਦੀ ਹੈ, ਤਾਂ ਜਾ ਕੇ ਅਗਲੇ ਲੁੱਟਣ ਦੀ ਜਿਹੜੀ ਉਹ ਭਾਵਨਾ ਬਣਦੀ ਹੈ। ਉਹ ਪੀੜਾ, ਉਹ ਜਿਹੜੀ ਦਰਦ ਹੈ ਨਾ, ਉਹ ਜਿਹੜੀ ਚੀਜ਼ ਹੈ, ਉਸ ਚੀਜ਼ ਚੋਂ, ਉਸ ਪ੍ਰੋਸੈਸ ਚੋਂ ਨਿਕਲਣਾ ਪੈਂਦਾ ਹੈ। ਐਵੇਂ ਨਹੀਂ ਹੁੰਦਾ। ਤੇ ਕੋਈ ਸੋਚੇ ਕਿ ਮੈਂ ਉਸ ਪ੍ਰੋਸੈਸ ਚੋਂ ਵੀ ਨਾ ਨਿਕਲਾਂ ਤੇ ਮੈਂ ਉਹਦੇ ਵਰਗੀਆਂ ਮੌਜਾਂ ਮਾਰਨਾ, ਨਹੀਂ ਹੋਏਗਾ। ਜੇ ਤੁਹਾਡੇ ਅੰਦਰ ਉਹ ਹਿੰਮਤ ਹੈ ਜਾਂ ਉਹ ਕਰ ਸਕਦੇ ਹੋ ਉਸ ਪੀੜਾ ਚੋਂ ਨਿਕਲਣ ਦੀ, ਲੁੱਟ ਲਓ ਤੁਸੀਂ ਵੀ ਜਾ ਕੇ, ਖੋਹ ਲਿਆਓ ਕਿਸੇ ਦੀ ਚੇਨ, ਕਰ ਲਓ ਮੌਜ, ਤੁਸੀਂ ਵੀ ਰਾਤੀ ਕਰ ਲਓ ਪਾਰਟੀ। ਤੁਸੀਂ ਉਸ ਪੀੜਾ ਚੋਂ ਇੰਨਾ ਨਿਕਲਣਾ ਚਾਹੋ ਤੇ ਤੁਸੀਂ ਕਹੋ ਉਹਦੇ ਵਰਗੀਆਂ ਮੌਜਾਂ ਵੀ ਪੋਸੀਬਲ ਨਹੀਂ ਹੈ। ਇਹ ਕੋਈ ਨਿਯਮ ਨਹੀਂ ਹੈ। ਤੈ ਅਨੇਕ ਰੂਪ ਨਾ ਹੋਏ ਤਿਸ ਦਾ ਅੰਤ ਨਾ ਜਾਈ ਪਾਏ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਣ ਵਜਾਇਆ। ਔਰ ਹਰ ਪੌੜੀ ਦੇ ਵਿੱਚ ਲਾਸਟ ਦੀ ਜਿਹੜੀ ਗੱਲ ਹੈ ਉਹ ਦੁਬਾਰਾ ਰਿਪੀਟ ਕੀਤੀ ਹੋਈ ਹੈ।
ਇਹ ਸਾਚਾ ਸੋਹਿਲਾ ਸਾਚੇ ਘਰ ਗਾਵੇ। ਸੋਹਿਲਾ ਦਾ ਮਤਲਬ ਹੁੰਦਾ ਹੈ ਸਿਫਤ ਸਲਾਹ, ਸਿਫਤ ਸਲਾਹ ਜਿਹੜੇ ਪੜ੍ਹਦੇ ਆ ਨਾ, ਸੋਹਿਲਾ ਬਾਣੀ ਪੜ੍ਹਦੇ ਹਾਂ ਅਸੀਂ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਹੁਣ ਇੱਥੇ ਦੇਖੋ ਦੋ ਚੀਜ਼ਾਂ ਇਕੱਠੀਆਂ ਕੀਤੀਆਂ ਹੋਈਆਂ, ਇਹ ਸਾਚਾ ਸੋਹਿਲਾ ਔਰ ਦੂਜੀ ਲਿਖਿਆ ਸਾਚੇ ਘਰ। ਦੋ ਚੀਜ਼ਾਂ ਹੈਗੀਆਂ, ਸਾਚਾ ਸੋਹਿਲਾ ਹੈ ਸਿਫਤ ਸਲਾਹ ਔਰ ਸਾਚਾ ਘਰ ਹੈ ਅੰਦਰਲਾ ਘਰ। ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰਿਓ ਔਰ ਸਿਰਜਣਹਾਰੋ। ਉਹ ਅੰਦਰ ਦਾ ਜਿਹੜਾ ਘਰ ਔਰ ਜਿਹੜਾ ਸੱਚ, ਇਹ ਦੋਨੋਂ ਇਕੱਠੇ ਮੈਚ ਹੋਣੇ ਚਾਹੀਦੇ। ਭਾਵ ਜਿਹੜੀ ਤੇਰੀ ਅੰਦਰ ਦੀ ਭਾਵਨਾ ਔਰ ਜਿਹੜੇ ਤੇਰੇ ਮੂੰਹ ਦੇ ਲਫ਼ਜ਼, ਉਹ ਇੱਕ ਮੈਚ ਹੋਣੇ ਚਾਹੀਦੇ ਨੇ। ਇਹ ਨਾ ਹੋਏ ਰਹਿਤ ਅਵਰ ਕਛਾਵਰ ਕਮਾਵਤ, ਮਨ ਨਹੀਂ ਪ੍ਰੀਤ ਕੋ ਗੰਢ ਲਾਵਤ। ਇਹ ਨਾ, ਅਸੀਂ ਪਿੱਛੇ ਵੀ ਪੜ੍ਹ ਕੇ ਆਏ ਹਾਂ, ਅਸੀਂ ਪੌੜੀਆਂ ਦੇ ਪਿੱਛੇ ਹੀ, ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤੇ ਬੜੀ ਦੁਨੀਆ, ਬੜੇ ਬਾਹਰੋਂ ਬੜੇ ਮਿੱਠੇ ਮਿੱਠੇ ਬੋਲ ਨੇ, ਬੜੇ ਧਰਮੀ, ਬੜੇ, ਤੇ ਕਹਿੰਦੇ ਨੇ ਇਹ ਸਾਚਾ ਸੋਹਿਲਾ। ਤੂੰ ਸਿਫਤਾਂ ਸਲਾਹ ਤੇ ਬੜੀਆਂ ਕਰ ਰਿਹਾ, ਸਾਚਾ ਘਰ ਨਹੀਂ ਹੈ। ਘਰ ਵੀ ਸੱਚਾ ਹੋਣਾ ਚਾਹੀਦਾ। ਦੇਖੋ ਉਹਦੇ ਚ ਆਸਾ ਦੀ ਵਾਰ ਦੇ ਵਿੱਚ ਨਾ ਪੌੜੀ ਇੱਕ ਸ਼ਲੋਕ ਹੈ ਮਹਿਲਾ ਪਹਿਲਾ ਦੇ, ਇਸ ਨੂੰ ਸਮਝਣਾ ਹੈ ਨਾ, ਬੜਾ ਹੀ ਸੌਖੇ ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਸੱਚ ਦੇ ਨਾਲ ਸਾਚਾ ਸੋਹਿਲਾ, ਭਾਵੇਂ ਸੱਚ ਦੀ ਜਿਹੜੀ ਸਿਫਤ ਸਲਾਹ ਹੈ ਨਾ, ਉਹ ਜਦ ਤੱਕ ਅੰਦਰੋਂ ਸੱਚ ਤੇਰੇ ਅੰਦਰ ਸੱਚ ਨਹੀਂ ਹੈ, ਕੇਵਲ ਮੂੰਹ ਦੇ ਵਿੱਚ ਨਾ, ਨਹੀਂ, ਉਹ ਪੋਸੀਬਲ ਨਹੀਂ ਹੈ ਤੂੰ ਸੱਚ ਨੂੰ ਅਪਣਾ ਲੇਗਾ। ਕਹਿੰਦੇ ਨੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਵੇ, ਕੂੜ ਕੀ ਬਲ ਉਤਰੈ ਤਨ ਕਰੇ ਅੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਅੰਦਰੋਂ ਪਿਆਰ ਨਹੀਂ ਹੈ, ਮੂੰਹੋਂ ਬੜੀਆਂ ਬੜੀਆਂ ਕਥਾ ਹੋ ਰਹੀਆਂ, ਕੀਰਤਨ ਹੋ ਰਹੇ ਨੇ, ਸਿਫਤ ਸਲਾਹ ਹੋ ਰਹੀਆਂ ਸਟੇਜਾਂ ਤੇ, ਮਾਈਕਾਂ ਤੇ, ਇਹ ਉਹ ਗੁਰੂ ਨਾਨਕ ਸਾਹਿਬ, ਇਹ ਅੰਦਰ ਕੀ ਤੇਰੇ ਚੱਲ ਰਿਹਾ? ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਕੈ ਵਿੱਚ ਦੇਹ ਕਰਤਾ ਬੀਓ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਅਤੇ ਕਹਿੰਦੇ ਨੇ ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਸੋ ਇਹ ਜਿਹੜੀ ਦੋ ਚੀਜ਼ਾਂ ਜਿਹੜੀਆਂ ਮੈਚ ਜਦ ਤੱਕ ਨਹੀਂ ਕਰਦੀਆਂ ਨਾ, ਤਦ ਤੱਕ ਗੱਲ ਨਹੀਂ ਬਣਦੀ। ਸੋ ਆਸਾ ਦੀ ਵਾਰ ਵੀ ਕਦੀ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ, ਅਗਰ ਇਸ ਤੋਂ ਬਾਅਦ ਸ਼ੁਰੂ ਕਰਾਂ ਦੀ। ਲੇਕਿਨ ਜਿਹੜੀ ਇਹ ਦੋ ਚੀਜ਼ਾਂ ਨੇ ਨਾ, ਸੱਚ ਤਾਂ ਪਰ ਜਾਣੀ ਜਾਂ ਹਿਰਦੇ ਸੱਚਾ ਹੋਏ ਦੀ ਗੱਲ ਜਿਹੜੀ ਹੁਣੇ ਪਹਿਲੇ ਅਸੀਂ ਕੀਤੀ ਹੈ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੇ ਤਾਂ ਸੋਹਿਲਾ ਘਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ। ਸਚੋ ਤੇ ਆਵੇ ਜਾ ਤੁਧ ਭਾਵੇ, ਗੁਰਮੁਖ ਜਿੰਨਾ ਬੁਝਾਵੇ। ਸੋ ਇਹ ਜਦ ਤੱਕ ਇਹ ਦੋਨੋਂ ਮੈਚ, ਭਾਵ ਦੇਖੋ ਇੱਕ ਆਸਾ ਦੀ ਵਾਰ ਦੇ ਚ ਇੱਕ ਹੋਰ ਸ਼ਲੋਕ ਆਉਂਦਾ, ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਨਾ ਉਸ ਟਾਈਮ ਦੀ ਜੋ ਹਾਲਾਤ ਸੀ, ਉਸ ਹਾਲਾਤ ਨੂੰ ਬਿਆਨ ਕੀਤਾ ਉਹਨਾਂ ਨੇ, ਔਰ ਕਮਾਲ ਦਾ ਬਿਆਨ ਕੀਤਾ। ਲੇਕਿਨ ਜਦੋਂ ਅਸੀਂ ਪੜ੍ਹਦੇ ਹਾਂ ਨਾ, ਗੁਰਬਾਣੀ ਸਦੀਵੀ ਸੱਚ ਹੈ, ਸਭ ਕਾਲ ਸੱਚ ਹੈ, ਤੇ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਉਹਨੂੰ ਕਰਾਂਗੇ ਨਾ, ਜਦੋਂ ਮੈਚ ਕਰਾਂਗੇ, ਤੇ ਸਾਨੂੰ ਅੱਜ ਵੀ ਉਹ ਸੱਚ ਨਜ਼ਰ ਆਏਗੀ। ਉਸ ਟਾਈਮ ਦੇ ਹਾਲਾਤ ਜਿਹੜੇ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਨੇ, ਕਹਿੰਦੇ ਨੇ ਹੁੰਦਾ ਕੀ ਪਿਆ, ਮੁਗਲਾਂ ਦਾ ਰਾਜ ਹੈ, ਮੁਗਲਾਂ ਦਾ ਰਾਜ ਦੇ ਵਿੱਚ ਬ੍ਰਾਹਮਣ ਜਿਹੜਾ ਹੈਗਾ ਉਹ ਮੁਗਲਾਂ ਦੀ ਚਾਪਲੂਸੀ ਕਰਦਾ ਪਿਆ, ਉਹਨਾਂ ਦੇ ਘਰ ਜਾਂਦਾ, ਉਹਨਾਂ ਦੀ ਚਾਪਲੂਸੀ ਕਰਦਾ, ਉਹਨਾਂ ਦੇ ਗੁਣਗਾਨ ਕਰਦਾ, ਔਰ ਆਪਣੇ ਜਿਹੜੇ ਉਹਦੇ ਹੈਗੇ ਨੇ ਭੈਣ ਭਰਾ ਜਿਹੜੇ ਆਪਣੇ ਹੈਗੇ ਨੇ, ਉਹਨਾਂ ਤੇ ਛੁਰੀ ਚਲਾ ਰਿਹਾ।
ਉਹਨਾਂ ਦੀ ਖੋਂਦਾ, ਉਹਨਾਂ ਨੂੰ ਖੋ ਕੇ ਮਤਲਬ ਉਹਨਾਂ ਦੀ ਚਾਪਲੂਸੀ ਕਰਕੇ ਉਹਨਾਂ ਨੂੰ ਠੱਗ ਰਿਹਾ। ਔਰ ਹਰ ਤਰ੍ਹਾਂ ਦੀ ਜਿਹੜੀ ਇਹ ਚੀਜ਼ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤੀ ਹੈ। ਔਰ ਇਹ ਸਾਰੀ ਚੀਜ਼ ਜਿਹੜੀ ਉਹਨਾਂ ਨੇ ਬਿਆਨ ਕੀਤੀ ਹੈ ਨਾ, ਇਹਨੂੰ ਅੱਜ ਦਾ ਮੈਚ ਕਰਨਾ। ਗੁਰੂ ਸਾਹਿਬ ਉਹ ਕਹਿੰਦੇ ਨੇ ਮੱਥੇ ਟਿੱਕਾ ਤੇੜ ਧੋਤੀ ਕਸਾਈ ਕਥਾਈ, ਹੱਥ ਛੁਰੀ ਜਗਤ ਕਸਾਈ। ਹੁਣ ਕਹਿੰਦੇ ਨੇ ਨੀਲ ਬਸਤਰ ਪਹਿਰੇ ਹੋਏ ਪ੍ਰਵਾਨ, ਕਹਿੰਦੇ ਉਹਨਾਂ ਦੇ ਘਰ ਜਾਂਦਾ ਤੇ ਨੀਲੇ ਬਸਤਰ ਪਾ ਕੇ ਜਾ ਕੇ ਉਹਨਾਂ ਨੂੰ ਪ੍ਰਵਾਨ ਹੋ ਜਾਂਦਾ ਕਿ ਹਾਂ ਜੀ ਇਹ ਸਾਡੇ ਵਰਗਾ ਹੀ ਹੈ। ਪਾਂਦਾ ਟਿੱਕਾ ਮਲੇਸ਼ ਧਨ ਲੈ ਪੂਜੇ ਪੁਰਾਣ, ਉਹਨਾਂ ਕੋਲੋਂ ਧਨ ਲਿਆਂਦਾ, ਉਹਨਾਂ ਦੀ ਜਿਹੜੀ ਇਹ ਖਿਦਮਤਗਾਰੀ ਕਰਦਾ, ਚਾਪਲੂਸੀ ਕਰਦਾ। ਉਹਨੇ ਅੱਖਾਂ ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਬੱਕਰਾ ਵੀ ਖਾ ਲੈਂਦਾ ਕੁੱਠਾ। ਚੌਕੇ ਉੱਪਰ ਕਿਸੇ ਨਾਲ ਜਾਣਾ, ਘਰ ਆਇਆ ਕਰਦਾ। ਹੁਣ ਮੈਚ ਨਹੀਂ ਕਰ ਰਿਹਾ ਕਿਤੇ ਵੀ, ਉੱਥੇ ਵਿਖਿਆਨ ਵੀ ਕਰਦਾ ਮੰਦਿਰਾਂ ਦੇ ਵਿੱਚ, ਉਹਨਾਂ ਨੂੰ ਉਹ ਦਿੰਦਾ। ਪਿੱਛੇ ਕੀ ਕਰਦਾ? ਚੌਕੇ ਉੱਪਰ ਕਿਸੇ ਨਾਲ ਜਾਣਾ, ਦੇਖ ਕੇ ਚੌਕਾ ਕੱਢੀ ਕਾਰ, ਉੱਪਰ ਆਏ ਲੈ ਬੈਠੇ ਕੁੜਿਆਰ, ਮਤ ਪੁੱਟੇ ਵੇ ਮਤ ਪਿੱਟੇ, ਇਹ ਅਨ ਅਸਾਡਾ ਫਿੱਟੇ, ਤਨ ਫਿੱਟੇ ਫੇਰ ਕਰੇਣ ਮਨ ਝੂਠੇ, ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈ ਹੈ, ਸੁਚ ਹੋਵੇ ਤਾਂ ਸੱਚ ਪਾਈ। ਹੁਣ ਕਹਿੰਦੇ ਕਿਤੇ ਵੀ ਉਹ ਸੱਚ ਨਹੀਂ ਹੈ, ਸੁਚ ਹੋਵੇ ਤਾਂ ਸੱਚ। ਸੁਚ ਅੰਦਰ ਸੁਚ ਹੈ ਨਹੀਂ, ਸੁਚ ਹੋਵੇ ਤਾਂ ਸੁਚ, ਉਧਰ ਸੁਚ ਨਹੀਂ ਹੈ। ਲੇਕਿਨ ਕਰਦਾ ਕੀ ਪਿਆ? ਉਹਨਾਂ ਮੁਗਲਾਂ ਦੇ ਘਰ ਜਾ ਕੇ ਉਹਨਾਂ ਦੀ ਚਾਲਪਲੂਸੀ ਕਰਕੇ ਉੱਥੋਂ ਧਨ ਬਟੋਰ ਲਿਆਂਦਾ, ਇੱਧਰ ਕਥਾ ਕੀਰਤਨ ਕਰਦਾ, ਇੱਥੇ ਕੁਰਾਨ ਇੱਥੇ ਦੀ ਕਥਾ ਕੀਰਤਨ ਉਹਨਾਂ ਨੂੰ ਸੁਣਾਉਂਦਾ ਪਿਆ, ਉਹਨਾਂ ਨੂੰ ਵੇਦ ਮੰਤਰ ਸੁਣਾ ਰਿਹਾ। ਔਰ ਇਹੋ ਜਿਹੇ, ਔਰ ਸੇਮ ਅੱਜ ਹੋ ਰਿਹਾ। ਅੱਜ ਰਾਜ ਕਿਸੇ ਹੋਰ ਦਾ ਤੇ ਸਾਡੇ ਜਾ ਕੇ ਉੱਥੇ ਚਾਪਲੂਸੀਆਂ ਕਰਕੇ ਉੱਥੋਂ ਧਨ ਲਿਆਉਂਦੇ ਨੇ, ਇੱਥੇ ਕਥਾ ਸੁਣਾਉਂਦੇ ਨੇ। ਪੂਰਾ ਸਟੇਜ ਉਹ ਕੇਸਰੀ ਰੰਗ ਤੋਂ ਭਗਵਾਕਰਨ ਕਰ ਦਿੱਤੀ ਗਈ। ਅਸੀਂ ਦੇਖਿਆ, ਰੰਗ ਹੀ ਚੇਂਜ ਕਰ ਦਿੱਤਾ ਨਾ। ਹੁਣੇ ਪ੍ਰੋਗਰਾਮ ਹੋਇਆ, ਪੂਰਾ ਕਲਰ ਚੇਂਜ ਕਰ ਦਿੱਤਾ। ਸਾਰੇ ਉਸੇ ਰੰਗ ਦੇ ਵਿੱਚ ਰੰਗ ਗਏ ਨੇ। ਜਿਹੜੀ ਹੁਣੇ ਉਹਨਾਂ ਨੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਨਾ, ਨੀਲ ਬਸਤਰ ਹੋਏ ਪ੍ਰਵਾਨ, ਉਹ ਨੀਲੇ ਬਸਤਰ ਜਾ ਕੇ ਪ੍ਰਵਾਨ ਹੋ ਜਾਂਦਾ ਸੀ, ਇਹ ਭਗਵਾ ਪਾ ਕੇ ਪ੍ਰਵਾਨ ਹੋ ਰਹੇ ਨੇ। ਸਾਰੀ ਗੱਲ ਉਹੀ ਚੱਲ ਰਹੀ ਹੈ। ਉੱਥੋਂ ਧਨ ਲਿਆਏ, ਇੱਥੇ ਜਾ ਕੇ ਕੀਰਤਨ। ਲੇਕਿਨ ਉਹ ਕਿਤੇ ਵੀ ਮੈਚ ਨਹੀਂ ਹੈ। ਜੋ ਬੋਲ ਰਿਹਾ ਨਾ ਉੱਥੇ ਸਟੇਜ ਤੇ ਬੈਠ ਕੇ, ਉਹ ਸੱਚ, ਉਹ ਅੰਦਰ ਸੱਚ ਨਹੀਂ ਹੈ। ਕਹਿੰਦੇ ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੈ ਸੋ ਜਨ ਪਾਵੇ। ਇਹ ਸੱਚ ਜਿਹੜਾ ਨਾ ਸਭ ਤੋਂ ਖਸਮ ਹੈ, ਸਭ ਤੋਂ, ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ। ਜਿਸ ਬਖਸ਼ੈ, ਹੁਣ ਬਖਸ਼ੇ ਦਾ ਮਤਲਬ ਕੀ ਹੈਗਾ? ਬਖਸ਼ੇ ਦਾ ਮਤਲਬ ਹੁੰਦਾ ਸੀ ਕਹਿੰਦੇ ਜਦੋਂ ਬਖਸ਼ੀਸ਼ ਹੋਏਗੀ, ਜਦੋਂ ਦੀ ਕਿਰਪਾ ਹੋਏਗੀ। ਜਿਸ ਬਖਸ਼ੇ ਦਾ ਮਤਲਬ ਹੈ ਉਤਲੀਆਂ ਜਿਹੜੀ ਗੱਲ ਚੱਲ ਰਹੀ ਹੈ ਨਾ, ਇਹ ਤੂੰ ਕੰਮ ਕੀਤਾ ਤਾਂ ਤੇਰੇ ਤੇ ਬਖਸ਼ਿਸ਼ ਹੋਏਗੀ, ਤਾਂ ਤੇਰੇ ਤੇ ਕਿਰਪਾ ਹੋਏਗੀ। ਜੇ ਉਤਲੇ ਕੰਮ ਨਹੀਂ ਕੀਤੇ, ਭਾਵ ਸੱਚ ਸੋਇਲਾ ਸੱਚੇ ਘਰ ਨਹੀਂ ਹੈ ਤੇ ਬਖਸ਼ਿਸ਼ ਨਹੀਂ ਹੈ। ਜਦੋਂ ਅਸੀਂ ਕਹਿੰਦੇ ਨਾ ਕਿ ਬਈ ਜਦੋਂ ਕਿਰਪਾ ਹੋਏਗੀ ਅਸੀਂ ਸੱਚਖੰਡ ਵਸਣ ਤੋਂ ਪਹਿਲੇ ਕਰਮਖੰਡ ਵੀ ਹੈਗਾ। ਕਰਮਖੰਡ ਦੀ ਪਹਿਲ ਕਰਮ ਕਰੇਗਾ ਤੇ ਤਾਂ ਸੱਚਖੰਡ ਹੋਏਗਾ, ਤਾਂ ਸੱਚਖੰਡ ਮਿਲੇਗਾ। ਐਫਰਟਸ ਹੋਣਗੇ, ਮਿਹਨਤ ਹੋਏਗੀ ਤਾਂ ਜਾ ਕੇ ਸੱਚਖੰਡ ਮਿਲਦਾ, ਐਵੇਂ ਨਹੀਂ ਮਿਲਦਾ। ਸੋ ਜਿਤਨੀ ਵੀ ਇਹ ਸੱਚਾ ਸੋਹਿਲਾ ਇਸ ਸੱਚੇ ਘਰ ਗਾਵੇ। ਸੋ ਇਹ ਜਿਹੜਾ ਸੱਚਾ ਸੋਹਿਲਾ ਹੈ ਨਾ, ਇਹ ਸੱਚੇ ਘਰ, ਭਾਵ ਅੰਦਰ ਦੀ ਭਾਵਨਾ ਵੀ ਸੱਚੀ ਹੋਣੀ ਚਾਹੀਦੀ ਹੈ। ਅੱਜ ਦੇਖੋ ਕਿਤਨੀ ਕਥਾ ਹੋ ਰਹੀਆਂ ਗੁਰਦੁਆਰਿਆਂ ਦੇ ਵਿੱਚ, ਕਿਤੇ ਵੀ ਜਾ ਕੇ ਪੁੱਛ ਲਓ, ਮੈਕਸਿਮਮ ਜਿਹੜੇ ਸ਼ਾਮ ਨੂੰ ਕਥਾ ਕਰ ਰਹੇ ਹੁੰਦੇ ਨਾ, ਉਹ ਪੋਥੀ ਖੋਲ ਕੇ ਲੋਕਾਂ ਨੂੰ ਲੱਗ ਰਿਹਾ ਹੈ ਗੁਰੂ ਗ੍ਰੰਥ ਸਾਹਿਬ, ਉਹ ਜਿਹੜੀ ਸੂਰਜ ਪ੍ਰਕਾਸ਼ ਦੀ ਜਿਹੜੀ ਕਥਾ ਹੋ ਰਹੀ ਹੁੰਦੀ, ਉਹਨਾਂ ਨੂੰ ਪੁੱਛ ਕੇ ਦੇਖਣਾ ਕਿ ਭਾਈ ਸਾਹਿਬ ਇਹ ਤੁਸੀਂ ਬੋਲ ਰਹੇ ਸੱਚ ਸੀ। ਇਕੱਲੇ ਜਾ ਕੇ ਪੁੱਛਣਾ, ਕਹਿੰਦੇ ਨਹੀਂ ਅਸੀਂ ਨਹੀਂ ਮੰਨਦੇ। ਪਰ ਕੀ ਕਰੀਏ, ਕਹਿਣਾ ਪੈਂਦਾ। ਪਰਸਨਲੀ ਉਹਨਾਂ ਨਾਲ ਗੱਲ ਕਰਕੇ ਦੇਖਣਾ, ਕਹਿੰਦੇ ਨਹੀਂ ਸੱਚ ਨਹੀਂ ਹੈਗਾ, ਅਸੀਂ ਵੀ ਝੂਠ ਹੀ ਮੰਨਦੇ ਹਾਂ। ਮੈਕਸਿਮਮ ਇਹ ਕਹਿਣਗੇ, ਬਹੁਤ ਘੱਟ ਹੈਗੇ ਜਿਹੜੇ ਉਹ ਵੀ ਸੱਚ ਤਾਂ ਕਹਿਣਗੇ ਕਿਸੇ ਡਰ ਪਿੱਛੇ, ਕਿਸੇ ਰੋਟੀ ਰੋਜੀ ਪਿੱਛੇ, ਜਾਂ ਰੋਟੀਆਂ ਕਾਰਨ ਪੂਰੇ ਤਾਰ ਜਿਹੜੀ ਕਰ ਰਹੇ ਨੇ ਉਸ ਪਿੱਛੇ। ਅੰਦਰ ਸਭ ਨੂੰ ਪਤਾ ਹੈ ਕਿ ਜੋ ਬੋਲ ਰਹੇ ਹਾਂ ਇਹ ਸੱਚ ਨਹੀਂ ਹੈਗਾ, ਝੂਠ ਹੈ। ਪਰ
नौकरियां कह लो या रोटी रोजी रोटी चल रही है, जिस तरह भी चल रहा है, कहते ने लेकिन वो ये साचा शोला सच्चे घर गावे नहीं है। कहते ने ये सच सबना का खसम है, जिस पक्षे सो जन पाए, कहे नानक सच होइला सच्चे घर गावे। सच्चे घर भावे अंदरों दी सच जद तक नहीं है ना, भावे मुंह तो भावे तू जिन्ना मर्जी सच बोल रहा है, वो तेरा झूठ ही है। सो ये जी दो पौड़ियां दी विचार सी, 38 और 39 पौड़ी, इस जी सच की गल गुरु साहब ने की है शुरू तो ही। जो है सच हर पौड़ी दे विच ना, वो जड़ा अगर जिस टोटी कढ़ांगे ना, तो वो सानू केवल ते केवल आनंद नाल जोड़ दी है। सच पा लेगा या सच्चा हो जाएगा तो उहदा रिजल्ट की है? आनंद। नहीं तो दुखी है। वो जड़ा असीं पहले गल की ना कि मनुखी जन्म आया, भावें जितनी मर्जी फैसिलिटी, जिन्नी मर्जी कंफर्ट, जिन्ने मर्जी पैसा दौलत सब कुछ पिया होया, जे अंदर सच नहीं है ना तो आनंदित नहीं है, आनंद नहीं मिले। सो सारी आनंद बाणी का जड़ा गुरु साहब की जी उस डैसटनी, उस मंजिल तक पहुँचाने की जी आनंद की है। भुलां चुका दी खिमा। वाहिगुरू जी का खालसा, वाहिगुरू जी की फतेह।